ਵਾਹਿਗੁਰੂ ਸਾਹਿਬ ਜੀ। हम मैले तुम ऊजल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, हम पापी तुम पाप खंडन। नीको ठाकुर देसा। सम्मानयोग गुरु की साजी हुई साध संगत जी, ਵੱਡੇ ਭਾਗ ਹਨ ਸਾਡੇ ਜੋ ਕਿ ਸਾਨੂੰ ਐਸੇ ਪਿਆਰੇ ਗੁਰੂ ਦੀ ਸਾਧ ਸੰਗਤ ਵਿੱਚ ਬੈਠਣ ਦਾ ਕੀਮਤੀ ਸਮਾਂ ਪ੍ਰਾਪਤ ਹੋਇਆ। ਅਸੀਂ ਆਪਣੀ ਆਲਸ ਛੱਡ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸਜੇ ਹਾਂ। ਇਹ ਗੁਰੂ ਕੀ ਕਿਰਪਾ ਦੀ ਨਿਸ਼ਾਨੀ ਹੈ। ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਪਾਇਆ ਹੈ। ਰਾਗ ਹੈ ਧਨਾਸਰੀ, 675 ਅੰਗ ਤੇ ਇਹ ਪਾਵਨ ਜੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਰੰਭ ਹੋ ਕੇ 676 ਅੰਗ ਤੇ ਸੰਪੂਰਨ ਹੁੰਦਾ ਹੈ। ਗੁਰੂ ਮਹਾਰਾਜ ਇਸ ਸ਼ਬਦ ਦੇ ਅੰਦਰ ਇਨਸਾਨ ਨੂੰ ਉਹ ਕਰਨ ਲਈ ਕਹਿ ਰਹੇ ਨੇ ਜਿਸ ਨੂੰ ਕਰਨਾ ਸਭ ਤੋਂ ਔਖਾ ਲੱਗਦਾ। ਮਨੁੱਖ ਹੈ, ਮਨੁੱਖ ਨੂੰ ਕਈ ਕੰਮ ਬੜੇ ਸੌਖੇ ਲੱਗਦੇ ਨੇ। ਇਸ ਦੁਨੀਆ ਵਿੱਚ ਕਈ ਕੰਮ ਐਸੇ ਨੇ ਮਨੁੱਖ ਨੂੰ ਬੜੇ ਔਖੇ ਲੱਗਦੇ ਨੇ, ਪਰ ਸਭ ਤੋਂ ਔਖਾ ਹੈ ਆਪਣੇ ਆਪ ਨਾਲ ਬੈਠਣਾ, ਪਰਮਾਤਮਾ ਦੀ ਬੰਦਗੀ ਕਰਨੀ। ਇਹ ਕੰਮ ਬਹੁਤ ਔਖਾ ਹੈ। ਇਸ ਨੂੰ ਕੋਈ ਵਿਰਲਾ ਹੀ ਕਰੇਗਾ।
ਜਾਂ ਇਵੇਂ ਕਹਿ ਦਈਏ, ਇਹ ਜਿਹੜੀ ਅਗੰਮੀ ਦੌਲਤ ਹੈ ਨਾਮ ਧਨ ਦੀ, ਇਹ ਵਿਰਲਿਆਂ ਦੇ ਹੀ ਹਿੱਸੇ ਆਈ ਆ। ਹਰ ਕਿਸੇ ਦੇ ਹਿੱਸੇ ਨਹੀਂ ਆਈ ਇਹ ਦੌਲਤ ਜਿਹੜੀ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਹੈ ਕਿ ਸਾਨੂੰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਸਾਧੂ ਜਨ, ਉਹਨਾਂ ਦੇ ਕੋਲ ਬਹਿ ਕੇ ਭਜੋ ਗੋਪਾਲ, ਧਰਤੀ ਨੂੰ ਬਣਾਉਣ ਵਾਲੇ ਉਸ ਅਕਾਲ ਦੀ ਬੰਦਗੀ ਕਰਨੀ ਚਾਹੀਦੀ ਆ। ਇਹ ਕੰਮ ਬਹੁਤ ਔਖਾ। ਇੱਕ ਸਾਖੀ ਆਉਂਦੀ ਆ ਬੜੀ ਪਿਆਰੀ ਇਤਿਹਾਸ ਦੇ ਵਿੱਚ, ਤੁਹਾਨੂੰ ਹੋਰ ਕਲੀਅਰ ਹੋ ਜਾਏਗੀ ਇਹ ਗੱਲ। ਇੱਕ ਨਾ ਰੱਬ ਦੇ ਪਿਆਰੇ ਹੋਏ, ਉਹਨਾਂ ਦਾ ਨਾਮ ਸੀ ਭਗਤ ਛੱਜੂ ਜੀ। ਉਹਨਾਂ ਕੀ ਕੀਤਾ, ਇੱਕ ਦਿਨ ਤੁਰੇ ਜਾ ਰਹੇ ਸੀ ਰਸਤੇ ਦੇ ਵਿੱਚ, ਕੁਝ ਦਿਹਾੜੀਦਾਰ ਵੀਰ ਸਨ ਕੰਮ ਕਰਨ ਵਾਲੇ, ਉਹਨਾਂ ਨੂੰ ਕੰਮ ਕਰਦਿਆਂ ਨੂੰ ਦੇਖਿਆ, ਮਜ਼ਦੂਰੀ ਕਰਦਿਆਂ ਨੂੰ ਦੇਖਿਆ। ਕਹਿਣ ਲੱਗੇ, ਤੁਸੀਂ ਇੱਟਾਂ ਢੋਂਦੇ ਹੋ, ਚੂਨਾ ਗਾਰਾ ਬਣਾਉਂਦੇ ਹੋ, ਇੰਨਾ ਭਾਰਾ ਕੰਮ ਕਰਦੇ ਹੋ, ਫਿਰ ਸਾਰਾ ਦਿਨ ਤੁਹਾਡਾ ਲੰਘ ਜਾਂਦਾ, ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਆ, ਫਿਰ ਤੁਹਾਨੂੰ ਮਜ਼ਦੂਰੀ ਮਿਲਦੀ ਆ। ਜੇ ਤੁਸੀਂ ਮੇਰੇ ਲਈ ਇੱਕ ਕੰਮ ਕਰ ਦੋਗੇ ਤੇ ਜਿੰਨੀ ਮਜ਼ਦੂਰੀ ਤੁਹਾਨੂੰ ਮਿਲਦੀ ਆ ਉਦੋਂ ਮੈਂ ਦੁੱਗਣੀ ਦੇਵਾਂਗਾ, ਉਸ ਤੋਂ ਦੁੱਗਣੇ ਪੈਸੇ। ਤੇ ਸਮਾਂ ਕਿੰਨਾ ਹੋਵੇਗਾ ਕੰਮ ਕਰਨ ਵਾਲਾ? 1 ਘੰਟਾ ਸਿਰਫ। ਜਿਹੜਾ ਮੇਰੇ ਕੋਲ ਕੰਮ ਕਰਨਾ ਉਹ 1 ਘੰਟਾ ਹੀ ਕਰਨਾ, ਮਜ਼ਦੂਰੀ ਵੀ ਦੁੱਗਣੀ ਮਿਲੇਗੀ। ਉਸ ਦਿਨ ਤਾਂ ਜਿਹੜੇ ਉਹ ਵੀਰ ਮਜ਼ਦੂਰ ਸੀ ਬਹੁਤ ਖੁਸ਼ ਹੋ ਗਏ। ਪਤਾ ਨਹੀਂ ਕਿਹੜਾ ਕੰਮ ਹੋਣਾ, 1 ਘੰਟਾ ਕਰਿਆ ਕਰਾਂਗੇ, ਨਿਬੇੜ ਕੇ ਵਾਪਸ ਆ ਜਾਵਾਂਗੇ ਘਰਾਂ ਨੂੰ, ਨਾਲੇ ਦੁੱਗਣੀ ਮਜ਼ਦੂਰੀ ਮਿਲੂ। ਆ ਗਏ ਅਗਲੇ ਦਿਨ ਸਾਰੇ ਮਜ਼ਦੂਰ ਇਕੱਠੇ ਹੋ ਕੇ ਜਦੋਂ ਆਏ ਨਾ, ਭਗਤ ਜੀ ਸਨ ਜਿਹੜੇ, ਉਹਨਾਂ ਕੀ ਕੀਤਾ, ਇੱਦਾਂ ਚੌਂਕੜੀਆਂ ਮਰਵਾ ਕੇ ਸਾਰਿਆਂ ਨੂੰ ਬਿਠਾਇਆ, ਕਹਿੰਦੇ ਬਹਿ ਜਾਓ। ਜਦੋਂ ਬਿਠਾਇਆ ਤੇ ਹੱਥ ਦੇ ਵਿੱਚ ਉਹਨਾਂ ਦੇ ਤਸਬੀਹ, ਅੱਲਾ 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 ਜਪਣ ਲਈ ਮਾਲਾ, ਤਸਬੀਹ ਕਹਿੰਦੇ ਨੇ ਮਾਲਾ ਨੂੰ, ਉਹ ਫੜਾਤੀ। ਕਹਿੰਦੇ 1 ਘੰਟੇ ਵਾਸਤੇ ਆਪਾਂ ਬੰਦਗੀ ਕਰਾਂਗੇ, ਹੁਣ ਜਦੋਂ ਤੁਸੀਂ ਉੱਠੋਗੇ ਤੁਹਾਨੂੰ ਦੁੱਗਣੇ ਪੈਸੇ ਮਿਲਣਗੇ। ਮਾਲਾ ਉਹਨਾਂ ਨੂੰ ਫੜਾਈ। 5 ਮਿੰਟ ਬੀਤੇ, 10 ਮਿੰਟ ਬੀਤੇ, ਉਹ ਮਜ਼ਦੂਰ ਸੀ, ਉਹਨਾਂ ਨੂੰ ਬੜਾ ਔਖਾ ਲੱਗਾ, ਬਹੁਤ ਔਖਾ ਲੱਗਾ ਉਹਨਾਂ ਨੂੰ। ਮਾਲਾ ਇੱਦਾਂ ਫੇਰਨੀ, ਪਰਮਾਤਮਾ ਦੀ ਬੰਦਗੀ ਕਰਨੀ। ਤੇ ਕੋਈ 15 ਮਿੰਟਾਂ ਬਾਅਦ ਉੱਠ ਖੜਿਆ, ਕੋਈ ਅੱਧੇ ਘੰਟੇ ਬਾਅਦ ਕਹਿਣ ਲੱਗੇ, ਅਸੀਂ ਇੱਟਾਂ ਢੋ ਸਕਦੇ ਹਾਂ, ਚੂਨਾ ਗਾਰਾ ਬਣਾ ਸਕਦੇ ਹਾਂ, ਸਿਰ ਤੇ ਟੋਕਰੇ ਭਾਰੇ ਲੱਦ ਸਕਦੇ ਹਾਂ, ਪਰ ਇਹ ਬਹੁਤ ਔਖਾ, ਬਹੁਤ ਔਖਾ ਲੱਗਾ ਉਹਨਾਂ ਨੂੰ। ਸੱਚੀ ਇਹ ਗੱਲ ਹੈ। ਦੁਨੀਆ ਦੇ ਵਿੱਚ ਸੌਖੇ ਕੰਮ ਸਾਰੀ ਦੁਨੀਆ ਕਰੀ ਜਾਂਦੀ ਆ। ਇੰਜੀਨੀਅਰ ਬਣਨਾ ਵੀ ਸੌਖਾ ਹੈ, ਇਨਸਾਨ ਬਣ ਰਹੇ ਆ, ਡਾਕਟਰ ਵੀ ਬਣ ਰਹੇ ਆ। ਭਗਤ ਬਣਨਾ ਬਹੁਤ ਔਖਾ। ਭਗਤ ਨੇ ਮਨ ਦੀ ਪੜ੍ਹਾਈ ਕਰਨੀ ਆ। ਮਨ ਦੀ ਪੜ੍ਹਾਈ ਕਰਨ ਲਈ ਤੁਹਾਨੂੰ ਆਪਣੇ ਆਪ ਨਾਲ ਬੈਠਣਾ ਪਵੇਗਾ, ਜੋ ਕਿ ਸਾਰੀ ਦੁਨੀਆ ਤੋਂ ਔਖਾ ਕੰਮ ਆ। ਆਖਣ ਔਖਾ ਸਾਚਾ ਨਾਮ। ਦੁਨੀਆ ਦਾ ਸਭ ਤੋਂ ਔਖਾ ਕੰਮ ਕੀ ਆ? ਆਪਣੇ ਆਪ ਨਾਲ ਬਹਿ ਕੇ ਪਰਮਾਤਮਾ ਦੀ ਬੰਦਗੀ ਕਰਨੀ। ਜੇ ਤੁਸੀਂ ਆਪਣੇ ਆਪ ਨੂੰ ਸਮਝਣਾ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਆਪ ਨਾਲ ਬਹਿਣਾ ਪਵੇਗਾ। ਇਨਸਾਨ ਨੂੰ ਸਮਝ ਨਹੀਂ ਆਪਣੀ, ਕਿਉਂਕਿ ਉਹ ਆਪਣੇ ਆਪ ਨਾਲ ਬੈਠਦਾ ਨਹੀਂ ਹੈਗਾ। ਸਾਨੂੰ ਦੂਜਿਆਂ ਬਾਰੇ ਪਤਾ, ਅਸੀਂ ਦੂਜਿਆਂ ਨਾਲ ਬਹਿੰਦੇ ਹਾਂ। ਆਪਣੇ ਆਪ ਬਾਰੇ ਨਹੀਂ ਪਤਾ, ਕਿਉਂਕਿ ਆਪਣੇ ਆਪ ਨਾਲ ਬੈਠਣਾ ਛੱਡਤਾ, ਤਾਂ ਕਰਕੇ ਔਖਾ ਕੰਮ ਆ। ਮਹਾਰਾਜ ਨੇ ਆਖਿਆ
ਉਹ ਕਰੋ। ਸੌਖੇ ਕੰਮ ਤਾਂ ਸਾਰੇ ਕਰੀ ਜਾਂਦੇ ਆ ਜੀ, ਸੌਖੇ ਕੰਮ ਤਾਂ ਸਾਰੀ ਦੁਨੀਆ ਹੀ ਕਰੀ ਜਾਂਦੀ ਆ, ਤਾਂ ਤੁਸੀਂ ਔਖਾ ਕੰਮ ਕਰੋ। ਗੁਰੂ ਅਰਜਨ ਦੇਵ ਜੀ ਕਹਿੰਦੇ ਔਖਾ ਕੰਮ ਕੀ ਆ? ਪਰਮਾਤਮਾ ਦੀ ਬੰਦਗੀ ਕਰਨੀ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ, ਜਿੱਤੋਂ ਸਾਰੇ ਭੱਜ ਜਾਂਦੇ ਨੇ। ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕੇ ਕਰੋੜਾਂ ਪਿੱਛੇ ਕੋਈ ਹੁੰਦਾ ਜਿਹਦੇ ਅੰਦਰ ਪ੍ਰਭੂ ਦੀ ਯਾਦ ਹੁੰਦੀ ਆ। ਹਰ ਕੋਈ ਬੰਦਾ ਨਹੀਂ ਹੁੰਦਾ। ਸਭ ਕਾ ਮਾਲਕ ਏਕ ਹੈ। ਇੱਕ ਮੈਂ ਮੁਸਲਮਾਨ ਵੀਰ ਨੇ ਉਹਨਾਂ ਨੂੰ ਸੁਣ ਰਿਹਾ ਸੀ, ਕਹਿੰਦੇ ਸਾਹਿਬ ਸਭ ਕਾ ਏਕ ਹੈ, ਸਾਹਿਬ ਸਭ ਕਾ ਏਕ ਹੈ, ਸਾਹਿਬ ਕਾ ਕੋਈ ਏਕ ਹੈ, ਸਾਹਿਬ ਸਭ ਕਾ ਏਕ ਹੈ। ਸਾਰਿਆਂ ਦਾ ਰੱਬ ਇੱਕ ਆ, ਪਰ ਸਾਹਿਬ ਕਾ ਕੋਈ ਏਕ ਹੈ, ਪਰ ਰੱਬ ਦਾ ਕੋਈ ਇੱਕ ਆ। ਰੱਬ ਨੂੰ ਦਿਲ 'ਚ ਵਸਾਉਣ ਵਾਲਾ ਕੋਈ ਇੱਕ ਹੀ ਹੁੰਦਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਕਰੋੜਾਂ ਬੰਦੇ ਬੈਠੇ ਹੋਣ ਨਾ, ਕਰੋੜਾਂ ਬੰਦੇ, ਉਹਨਾਂ 'ਚੋਂ ਇੱਕ ਬੰਦਾ ਹੋਊਗਾ ਜਿਹਦੇ ਅੰਦਰ ਰੱਬ ਦੀ ਯਾਦ ਹੋਊਗੀ। ਨਹੀਂ, ਕਰਮਕਾਂਡ ਹੋ ਸਕਦੇ ਆ, ਵਿਖਾਵਾ ਹੋ ਸਕਦਾ, ਝੂਠੀ ਪ੍ਰੀਤ ਹੋ ਸਕਦੀ ਆ, ਗੱਲਾਂ ਹੋ ਸਕਦੀਆਂ ਨੇ, ਪਰ ਉਹਦਾ ਹੋਣਾ, ਉਹਦਾ ਹੋ ਕੇ ਮਰਨਾ, ਸਪੁਰਦੇ ਖਾਕ ਹੋਣਾ ਬਹੁਤ ਮਹਿੰਗੀਆਂ ਗੱਲਾਂ ਨੇ। ਤਾਂ ਅੱਜ ਦੇ ਬਚਨਾਂ ਦੇ ਅੰਦਰ ਭਗਤ ਛੱਜੂ ਜੀ ਦੀ ਜਿਹੜੀ ਆਪਾਂ ਸਾਖੀ ਸੁਣੀ ਆ ਨਾ, ਤੇ ਭਗਤ ਜੀ ਨੂੰ ਦਿਹਾੜੀਦਾਰ ਕਹਿਣ ਲੱਗੇ, ਕਹਿੰਦੇ ਬਹੁਤ ਔਖਾ, ਬੰਦਗੀ ਕਰਨੀ ਬਹੁਤ ਔਖੀ ਆ ਪਿਆਰਿਓ। ਆਪਦੇ ਆਪ ਨਾਲ ਬਹਿਣਾ ਪੈਣਾ, ਆਪਦੇ ਆਪ ਨੂੰ ਸੁਣਨਾ ਪੈਣਾ, ਆਪਦੇ ਆਪ ਨੂੰ ਸਮਝਣਾ ਪੈਣਾ। ਜਿਸ ਦਿਨ ਬੰਦਾ ਇਹ ਕਰ ਲੇਗਾ ਉਸ ਦਿਨ ਇਤਨਾ ਰਸ ਆਵੇਗਾ, ਇਤਨਾ ਰਸ ਆਵੇਗਾ, ਉਹਨੂੰ ਹੋਰ ਚੀਜ਼ਾਂ ਦੀ ਜਿਹੜੀਆਂ ਆਪਾਂ ਕਹਿੰਦੇ ਹਾਂ ਰਸ ਸੀਲੀਆਂ ਲੱਗਦੀਆਂ, ਮਿੱਠੀਆਂ ਲੱਗਦੀਆਂ, ਫਿੱਕੀਆਂ ਪੈ ਜਾਣੀਆਂ। ਚੀਜ਼ ਛੱਡਣੀ ਨਹੀਂ ਪੈਂਦੀ, ਸੰਸਾਰ ਛੱਡਣਾ ਥੋੜ੍ਹੀ ਪੈਂਦਾ, ਛੱਡਿਆ ਜਾਂਦਾ। ਜਿਸ ਦਿਨ ਤੁਹਾਨੂੰ ਪਤਾ ਲੱਗੇਗਾ, ਜਪਜੀ ਸਾਹਿਬ ਨੂੰ ਵੈਸੇ ਨਹੀਂ ਪੜ੍ਹਨਾ, ਅਰਥਾਂ ਨਾਲ ਪੜ੍ਹੀਦਾ ਹੈ। ਜਪਜੀ ਸਾਹਿਬ ਪੜ੍ਹ ਕੇ ਛੱਡਣ ਵਾਲੀ ਚੀਜ਼ ਥੋੜ੍ਹੀ ਆ, ਪੜ੍ਹ ਦਿਓ ਉਹਨੂੰ, ਨਿਬੇੜਨ ਵਾਲੀ ਗੱਲ ਥੋੜ੍ਹੀ ਆ। ਇਹ ਤਾਂ ਪਿਆਰ ਕਰਨ ਵਾਲੀਆਂ ਗੱਲਾਂ ਨੇ। ਦੁਨੀਆ ਦੇ ਵਿੱਚ ਐਸੇ ਲੋਕ ਬਹੁਤ ਨੇ ਜਿਹੜੇ ਪਿਆਰ ਨਹੀਂ ਕਰ ਸਕਦੇ, ਸਿਰਫ ਤੇ ਸਿਰਫ ਪਖੰਡ ਕਰਦੇ ਨੇ ਗੁਰੂ ਦੇ ਨਾਲ ਪਿਆਰ ਹੋਣ ਦਾ। ਮੁਹੱਬਤ ਕੋਈ ਟਿਸ਼ੂ ਪੇਪਰ ਨਹੀਂ ਹੁੰਦੀ ਜਿਹਨੂੰ ਵਰਤ ਲਿਆ ਤੇ ਸੁੱਟਤਾ। ਗੁਰੂ ਕੋਈ ਇੱਦਾਂ ਨਹੀਂ ਕਿ ਕੋਈ ਘਰ ਵਿੱਚ ਕਾਰਜ ਜਾਂ ਵਿਆਹ ਦਾ ਤੇ ਖੁਸ਼ੀ ਗਮੀ ਦਾ ਯਾਦ ਕਰ ਲਿਆ, ਲੋੜ ਪਈ ਤੇ ਆ ਗਏ। ਮੁਹੱਬਤ ਕੋਈ ਟਿਸ਼ੂ ਪੇਪਰ ਨਹੀਂ ਹੁੰਦੀ। ਮੁਹੱਬਤ ਸਾਹਾਂ ਦੇ ਵਰਗੀ ਕੋਈ ਚੀਜ਼ ਆ। ਸੁੱਤੇ ਪਏ ਹੋ ਨਾ, ਸਾਹ ਨਹੀਂ ਚੱਲਦੇ, ਭਗਤਾਂ ਦੇ ਅੰਦਰ ਇਵੇਂ ਉਹਦੀ ਯਾਦ ਚੱਲਦੀ ਆ। ਇਸ ਕਰਕੇ ਗੁਰੂ ਨੂੰ ਕਦੇ ਟਿਸ਼ੂ ਪੇਪਰ ਦੀ ਤਰ੍ਹਾਂ ਨਾ ਵਰਤਣਾ ਕਿ ਲੋੜ ਪੈ ਗਈ ਤੇ ਆ ਗਏ ਆਪਾਂ, ਲੋੜ ਨਹੀਂ ਪਈ ਤੇ ਘਰੇ ਬੈਠੇ ਆ। ਪਿਆਰ ਬਣਾਓ ਦੇ ਨਾਲ ਪਿਆਰਿਓ, ਇਹ ਕੰਮ ਆਵੇਗਾ। ਦੁਨੀਆ ਦੇ ਵਿੱਚ ਸਾਰਿਆਂ ਨੂੰ ਪਿਆਰ ਕਰਨਾ ਬਹੁਤ ਔਖਾ, ਸਾਰਿਆਂ ਨੂੰ ਪਿਆਰ ਕਰਨਾ। ਇੱਕ ਘਰ ਦੇ ਜੀਅ ਨੂੰ, ਪੁੱਤਰਾਂ ਧੀਆਂ ਨੂੰ ਪਿਆਰ ਕਰਨਾ ਸੌਖਾ, ਉਹ ਮੋਹ ਆ। ਮੁਹੱਬਤ ਕਰਨੀ ਔਖੀ ਆ। ਗੁਰੂ ਨਾਨਕ ਜੀ ਨੇ ਮੁਹੱਬਤ ਕੀਤੀ ਆ, ਪਿਆਰ ਕੀਤਾ। ਪਿਆਰ ਸਭ ਨਾਲ ਹੁੰਦਾ, ਕਿਸੇ ਇੱਕ ਨਾਲ ਨਹੀਂ ਹੋਵੇਗਾ। ਪਿਆਰ ਸਭ ਨਾਲ ਹੋਊਗਾ ਕਿਉਂਕਿ ਉਹ ਸਭਨਾਂ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹਾਂ, ਮੋਹ ਜਿਹੜਾ ਮੋਹ ਹੋ ਜਾਊਗਾ ਆਪਦੀ ਧੀ ਨਾਲ ਹੋ ਜਾਊਗਾ, ਹਸਬੈਂਡ ਵਾਈਫ ਨਾਲ ਹੋ ਜਾਊਗਾ, ਪੁੱਤਰਾਂ ਧੀਆਂ ਨਾਲ ਹੋ ਜੂ। ਪਿਆਰ ਤਾਂ ਸਭ ਨਾਲ ਹੋਊਗਾ ਜੇ ਹੋਇਆ। ਸਭਨਾਂ ਜੀਆਂ ਕਾ ਇੱਕ ਦਾਤਾ, ਕਿਉਂਕਿ ਪਰਮਾਤਮਾ ਸਭ ਦੇ ਅੰਦਰ ਹੈ, ਸਾਰਿਆਂ ਨਾਲ ਹੋਵੇਗਾ ਤੇ ਸਾਰਿਆਂ ਵਿੱਚ ਇੱਕੋ ਹੀ ਜੋਤ ਦਿਖੇਗੀ। ਇਹ ਮਾਲਕ ਜੀ ਨੇ ਦੱਸਿਆ। ਗੁਰੂ ਅਰਜਨ ਦੇਵ ਜੀ ਨੇ ਇੱਦਾਂ ਕਹਿ ਰਹੇ ਨੇ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਪਰਮਾਤਮਾ ਜਿਹੜਾ ਹੈ ਜਾਂ ਗੁਰੂ ਸਾਹਿਬ ਜਿਹੜੇ ਨੇ, ਉਹ ਦੁਖੀਆਂ ਦੇ, ਉਹਨਾਂ ਨੂੰ ਨਿਜਾਗਤ ਦਿਵਾਉਣ ਵਾਲੇ ਦਾਤੇ ਨੇ।
ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲੇ ਸਾਹਿਬ ਨੇ ਗੁਰੂ ਜੀ। ਆਪਣੇ ਸੇਵਕਾਂ ਦੀ ਲਾਜ ਆਪ ਰੱਖਦੇ ਨੇ। ਹਮੇਸ਼ਾ ਉਹਨਾਂ ਦੇ ਸਿਰ ਤੇ ਗੁਰੂ ਨਾਨਕ ਜੀ ਦਾ ਓਟ ਆਸਰਾ ਰਹਿੰਦਾ ਹੈ, ਜਿਹੜੇ ਉਹਨੂੰ ਚੇਤੇ ਕਰਦੇ ਨੇ, ਜਿਹੜੇ ਉਹਨੂੰ ਯਾਦ ਕਰਦੇ ਨੇ। ਅਤੇ ਜਦੋਂ ਵੀ ਲੋੜ ਪੈਂਦੀ ਆ, ਗੁਰੂ ਸਾਹਿਬ ਜੀ ਸਦਾ ਉਹਨਾਂ ਦਾ ਸਹਾਰਾ ਬਣ ਕੇ, ਢਾਲ ਬਣ ਕੇ ਉਹਨਾਂ ਦੀ ਰੱਖਿਆ ਕਰਦੇ ਨੇ ਵਿਕਾਰਾਂ ਤੋਂ, ਮਾੜੀਆਂ ਆਦਤਾਂ ਤੋਂ। ਤਰਨ ਤਾਰਨ ਹਰ ਨਿੱਧ, ਦੁਖ ਨਾ ਸਕੈ ਵਿਆਪ। ਪਰਮਾਤਮਾ ਜਿਹੜਾ ਹੈ, ਉਹਦੀ ਬਾਣੀ ਆ ਜਿਹੜੀ, ਉਹ ਜਹਾਜ਼ ਹੈ, ਤਰਨ ਤਾਰਨ ਹੈ, ਦੁਖ ਨਾ ਸਕੈ ਵਿਆਪ। ਦੁਖ ਨਾ ਸਕੈ ਵਿਆਪ। ਜਿਹੜੇ ਉਹਦੇ ਦਾਸ ਨੇ ਨਾ, ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਨੂੰ ਦੁੱਖ ਨਹੀਂ ਲੱਗਦਾ, ਸੁੱਖ ਨਹੀਂ ਲੱਗਦਾ। ਦੁੱਖ ਨਹੀਂ ਲੱਗਦਾ, ਸੁੱਖ ਨਹੀਂ ਲੱਗਦਾ। ਇਹ ਗੱਲ ਕਿਸ ਤਰ੍ਹਾਂ ਹੈ? ਜਿਹਨੂੰ ਅਜੇ ਦੁੱਖ ਲੱਗਦਾ, ਉਹਨੂੰ ਸੁੱਖ ਲੱਗੇਗਾ। ਜਿਹਨੂੰ ਹਜੇ ਨਿੰਦਿਆ ਸੁਣ ਕੇ ਦੁੱਖ ਮਹਿਸੂਸ ਹੁੰਦਾ, ਉਹਨੂੰ ਸੋਭਾ ਸੁਣ ਕੇ ਖੁਸ਼ੀ ਵੀ ਹੁੰਦੀ ਹੋਊਗੀ। ਜਿਹਨੂੰ ਕੋਈ ਚੀਜ਼ ਮਿਲੇ ਤੋਂ ਖੁਸ਼ੀ ਹੁੰਦੀ ਆ, ਜੇ ਉਹਦੇ ਤੋਂ ਖੋਹ ਲਈ ਜਾਵੇ ਉਹ ਚੀਜ਼, ਤਾਂ ਉਹਨੂੰ ਵਿਛੋੜੇ ਦਾ ਦੁੱਖ ਵੀ ਹੋਵੇਗਾ। ਇੱਕ ਚੀਜ਼ ਛੱਡਣੀ ਨਹੀਂ ਪੈਂਦੀ, ਦੋਨੋਂ ਛੱਡਣੀਆਂ ਪੈਂਦੀਆਂ। ਬੰਦਾ ਇੱਕ ਚੀਜ਼ ਛੱਡਣੀ ਚਾਹੁੰਦਾ ਹੈ, ਇਨਸਾਨ ਇੱਕ ਚੀਜ਼ ਛੱਡਣੀ ਚਾਹੁੰਦਾ। ਇੱਦਾਂ ਨਹੀਂ ਹੁੰਦਾ ਕਦੇ। ਗੁਰੂ ਸਾਹਿਬ ਜੀ ਕਹਿੰਦੇ ਦੋਨੋਂ ਹੀ ਛੱਡਣੀਆਂ ਪੈਂਦੀਆਂ ਨੇ, ਦੁੱਖ ਵੀ ਸੁੱਖ ਵੀ, ਨਿੰਦਿਆ ਵੀ ਉਸਤਤ ਵੀ। ਦੁਨੀਆ ਵਿੱਚ ਮਹਾਤਮਾ ਬੁੱਧ ਜੀ ਕਹਿੰਦੇ ਇਹੋ ਜਿਹਾ ਬੰਦਾ ਅੱਜ ਤੱਕ ਨਹੀਂ ਪੈਦਾ ਹੋਇਆ, ਅੱਜ ਤੱਕ ਇਹੋ ਜਿਹਾ ਬੰਦਾ ਨਹੀਂ ਪੈਦਾ ਹੋਇਆ ਜਿਹਦੀ ਕਦੇ ਵੀ ਨਿੰਦਿਆ ਨਾ ਹੋਈ ਹੋਵੇ। ਚਾਹੇ ਗੁਰੂ ਨਾਨਕ ਜੀ ਸਾਹਿਬ ਆਏ, ਲੋਕਾਂ ਨੇ ਉਹਨਾਂ ਨੂੰ ਵੀ ਨਿੰਦਿਆ। ਮਹਾਤਮਾ ਬੁੱਧ ਆਏ, ਲੋਕਾਂ ਨੇ ਉਹਨਾਂ ਨੂੰ ਵੀ ਨਿੰਦਿਆ। ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹਨਾਂ ਦੀ ਵੀ ਨਿੰਦਿਆ ਹੋਈ ਆ। ਦੁਨੀਆ 'ਚ ਇਹੋ ਜਿਹਾ ਬੰਦਾ ਪੈਦਾ ਹੀ ਨਹੀਂ ਹੋਇਆ ਜਿਹਦੀ ਲੋਕਾਂ ਨੇ ਨਿੰਦਿਆ ਨਾ ਕੀਤੀ ਹੋਵੇ, ਘਟਾ ਕੇ ਗੱਲ ਨਾ ਕੀਤੀ ਹੋਵੇ। ਇਹ ਲੋਕਾਂ ਦਾ ਸੁਭਾਅ ਹੈ। ਅਤੇ ਦੁਨੀਆ ਵਿੱਚ ਸਾਡੀ ਨਿੰਦਿਆ ਵੀ ਹੋਊਗੀ, ਸਾਡੀ ਉਸਤਤ ਵੀ ਹੋਊਗੀ। ਆਪਣੇ ਲੋਕ ਜਿਹੜੇ ਨੇ ਸਾਡੀ ਉਸਤਤ ਕਰਨਗੇ, ਜਿਹੜੇ ਸਾਡੇ ਨਾਲ ਈਰਖਾ ਕਰਦੇ ਨੇ ਉਹ ਸਾਡੀ ਨਿੰਦਿਆ ਕਰਨਗੇ, ਸਾਡੀਆਂ ਘਟਾ ਕੇ ਗੱਲਾਂ ਕਰਨਗੇ। ਪਰ ਤੁਸੀਂ ਦੋਨਾਂ ਤੋਂ ਬਚ ਕੇ ਰਹੋ, ਦੋਨਾਂ ਤੋਂ ਬਚ ਕੇ ਰਹੋ। ਮਹਾਰਾਜ ਕਹਿੰਦੇ ਇਹ ਨਾ ਹੋਵੇ ਤੁਸੀਂ ਉਸਤਤ ਚਾਹੋ ਮੇਰੀ ਹੋਵੇ, ਨਿੰਦਿਆ ਚਾਹੋ ਮੇਰੀ ਨਾ ਹੋਵੇ। ਜੇ ਇੱਦਾਂ ਚਾਹੋਗੇ ਫਿਰ ਤੁਹਾਨੂੰ ਫਰਕ ਪੈਂਦਾ ਹੀ ਰਹਿਣਾ, ਉਸਤਤ ਦਾ ਵੀ ਨਿੰਦਿਆ ਦਾ ਵੀ। ਜਿਸ ਦਿਨ ਕਹਿ ਦੋਗੇ ਮੇਰੀ ਉਸਤਤ ਹੋਵੇ ਚਾਹੇ ਨਾ, ਮੈਨੂੰ ਕੋਈ ਫਰਕ ਨਹੀਂ, ਉਸ ਦਿਨ ਨਿੰਦਿਆ ਦਾ ਫਰਕ ਜਿਹੜਾ ਪੈਣੋਂ ਹਟੇਗਾ। ਨਹੀਂ ਅਦਰਵਾਈਜ਼ ਇਹ ਫਰਕ ਪੈਂਦਾ ਰਹੇਗਾ। ਇੱਦਾਂ ਹੀ ਹਰ ਚੀਜ਼ਾਂ ਜੁੜੀਆਂ ਨੇ। ਜੇ ਸੰਜੋਗ ਦੀ ਬਾਹਲੀ ਖੁਸ਼ੀ ਆ, ਤੁਹਾਨੂੰ ਕੋਈ ਚੀਜ਼ ਮਿਲ ਗਈ, ਵਿਜੋਗ ਦਾ ਓਨਾ ਹੀ ਦੁੱਖ ਹੋਊ ਜਿੰਨੀ ਉਹ ਚੀਜ਼ ਮਿਲਣ 'ਤੇ ਖੁਸ਼ੀ ਹੋਈ ਸੀ। ਕਈ ਵਾਰੀ ਵਿਛੋੜਾ ਪੈ ਜਾਂਦਾ ਨਾ ਜੀਆਂ ਦਾ, ਬਹੁਤ ਮੋਹ ਹੋਵੇ, ਵਿਛੋੜਾ ਸਹਿਣਾ ਔਖਾ ਹੋ ਜਾਂਦਾ। ਇੱਕ ਫਕੀਰ ਦੀ ਗਾਥਾ ਪੜ੍ਹ ਰਿਹਾ ਸੀ ਮੈਂ। ਜਪਜੀ ਸਾਹਿਬ ਦੇ ਕਿਸੇ ਮਹਾਂਪੁਰਸ਼ ਨੇ ਅਰਥ ਕੀਤੇ ਨੇ। ਉਹਨਾਂ ਦਾ ਇੱਕ ਟੀਕਾ ਹੈ, ਆਚਾਰੀਆ ਜੀ ਹਨ, ਉਹਨਾਂ ਨੇ ਕਹਾਣੀ ਲਿਖੀ ਉਹ ਜਪਜੀ ਸਾਹਿਬ ਦੇ ਵਿੱਚ ਹੀ ਅਰਥਾਂ ਦੇ ਨਾਲ। ਕਹਿੰਦੇ ਇੱਕ ਜੁਨੈਦ ਫਕੀਰ ਹੋਇਆ, ਉਹਦਾ ਬੇਟਾ ਸੀ ਉਹ ਗੁਜ਼ਰ ਗਿਆ। ਜੁਨੈਦ ਫਕੀਰ ਸੀ ਕੋਈ, ਉਹਦਾ ਬੇਟਾ ਸੀ, ਬਹੁਤ ਪਿਆਰ ਕਰਦਾ ਸੀ, ਉਹ ਗੁਜ਼ਰ ਗਿਆ ਅਚਾਨਕ ਹੀ। 13 ਸਾਲ 14 ਸਾਲ ਉਹਦੀ ਉਮਰ ਸੀ। ਮੁਸਲਮਾਨ ਸੀ ਉਹ, ਤੇ ਦਫਨਾਏ ਤੇ ਘਰ ਵਿੱਚ ਜਦੋਂ ਆਏ ਅਫਸੋਸ ਕਰਨ ਲੋਕ, ਅਫਸੋਸ ਕੀਤਾ, ਚਲੇ ਗਏ। ਇਹ ਘਰ ਵਿੱਚ ਬੈਠਾ, ਇਹਦੀ ਪਤਨੀ ਆ ਕੇ ਪੁੱਛਦੀ ਆ, ਉਹ ਬੱਚੇ ਦੀ ਮਾਂ, ਕਹਿੰਦੀ ਜੁਨੈਦ ਜਿਸ ਦਿਨ
ਬੱਚਾ ਆਪਣਾ ਗੁਜ਼ਰਿਆ ਨਾ, ਮੈਂ ਸਮਝਦੀ ਸੀ ਤੂੰ ਉਹਦੇ ਤੋਂ ਬਿਨਾਂ ਜੀ ਨਹੀਂ ਪਾਵੇਂਗਾ, ਤੂੰ ਵੀ ਮਰ ਜਾਏਗਾ ਉਹਦੇ ਨਾਲ। ਏਡਾ ਵੱਡਾ ਵਿਛੋੜਾ, ਇੰਨਾ ਸਨੇਹ ਸੀ ਤੇਰਾ ਪੁੱਤ ਦੇ ਨਾਲ, ਤੂੰ ਸਹਿ ਕਿਵੇਂ ਗਿਆ? ਪੁੱਛਿਆ, ਉਹ ਪੁੱਛਦੀ ਆ, ਇੱਕ ਮਾਂ ਪੁੱਛਦੀ ਆ ਉਹ ਬੱਚੇ ਦੀ ਆਪਣੇ ਪਤੀ ਨੂੰ ਕਿ ਆਪਣੇ ਪੁੱਤਰ ਦਾ ਵਿਛੋੜਾ ਤੂੰ ਕਿਵੇਂ ਸਹਿ ਗਿਆ? ਉਹ ਕਹਿਣ ਲੱਗਾ, ਕਹਿੰਦਾ ਪਹਿਲਾਂ ਮੈਨੂੰ ਵੀ ਲੱਗਾ 13-14 ਸਾਲ ਦੇ ਬੱਚੇ ਦਾ ਇਕਲੌਤਾ ਪੁੱਤਰ ਹੋਵੇ ਜਾਣਾ ਬਹੁਤ ਵੱਡਾ ਦੁੱਖ ਹੈ ਮਾਂ ਪਿਓ ਲਈ, ਹੋਰਾਂ ਲਈ ਨਹੀਂ ਪਤਾ, ਮਾਂ ਪਿਓ ਲਈ ਬਹੁਤ ਦੁੱਖ ਹੁੰਦਾ। ਕਹਿਣ ਲੱਗਾ ਮੈਨੂੰ ਵੀ ਇਹ ਲੱਗਾ ਇੱਕਦਮ, ਇਹ ਕੀ ਹੋ ਗਿਆ? ਅੱਲਾ ਨੇ, ਖੁਦਾ ਨੇ ਕੀ ਕਰਤਾ? ਪਰ ਕਹਿਣ ਲੱਗਾ ਬਾਅਦ ਵਿੱਚ ਮੈਨੂੰ ਸਮਝ ਆਈ ਇਸ ਗੱਲ ਦੀ ਕਿ ਜਦੋਂ ਇਹ ਪੈਦਾ ਨਹੀਂ ਸੀ ਹੋਇਆ ਉਦੋਂ ਵੀ ਤਾਂ ਮੈਂ ਖੁਸ਼ ਸੀ, ਉਦੋਂ ਵੀ ਆਪਾਂ ਦੋਨੋਂ ਰਹਿੰਦੇ ਸੀ, ਜ਼ਿੰਦਗੀ ਜਿਉਂਦੇ ਸੀ। ਫਿਰ ਪਰਮਾਤਮਾ ਨੇ ਇਹ ਖੇਡ ਜਿਹੜੀ ਸੀ, ਉਹਨੇ ਖੇਡ ਸ਼ਬਦ ਵਰਤਿਆ ਆਚਾਰੀਆ ਜੀ ਨੇ, ਇਹ ਜਿਹੜੀ ਖੇਡ ਸੀ ਇਹ ਸਾਡੇ ਕੋਲ ਭੇਜਤੀ, ਇਹ ਪੁੱਤਰ ਭੇਜਤਾ। ਫਿਰ ਇਹ 13-14 ਵਰ੍ਹਿਆਂ ਦਾ ਹੋਇਆ ਤੇ ਪਰਮਾਤਮਾ ਨੇ ਇਹ ਖੇਡ ਜਿਹੜੀ ਸੀ ਵਾਪਸ ਲੈ ਲਈ। ਮੈਂ ਸੋਚਿਆ ਮਨਾ, ਜਦੋਂ ਇਹ ਜਨਮ ਨਹੀਂ ਸੀ ਇਹਦਾ ਹੋਇਆ ਉਦੋਂ ਵੀ ਆਪਾਂ ਜ਼ਿੰਦਗੀ ਜਿਉਂਦੇ ਹੀ ਸੀ ਨਾ, ਜ਼ਿੰਦਗੀ ਆਪਣੀ ਖੁਸ਼ ਸੀ ਆਪਾਂ। ਫਿਰ ਇਹ ਵਿੱਚ ਆ ਗਿਆ, ਫਿਰ ਪਰਮਾਤਮਾ ਨੇ ਖੋਲ੍ਹਿਆ, ਫਿਰ ਵਾਪਸ ਸੱਦ ਲਿਆ। ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਹਦੀ ਵਸਤੂ ਆ ਉਹ ਉਹਨੂੰ ਲੈ ਜਾਏਗਾ ਇੱਕ ਦਿਨ, ਜੇ ਭੇਜੀ ਆ ਤੇ ਸੱਦ ਲੇਗਾ। ਰੋਸ ਕਿਸੈ ਸਿਉ ਕੀਜੈ, ਗੁਰਮੁਖ ਹੋਏ ਸੋ ਭਾਣਾ ਮੰਨੈ, ਸਹਿਜੇ ਹਰ ਰਸ ਪੀਜੈ। ਆਵਣ ਜਾਣ ਇੱਕ ਖੇਲ ਬਣਾਇਆ, ਆਉਣਾ ਤੇ ਜਾਣਾ ਖੇਡ ਸੀ ਉਹ। ਜੁਨੈਦ ਫਕੀਰ ਇਹ ਗੱਲ ਕਹਿੰਦੇ ਨੇ, ਕਹਿੰਦੇ ਆਉਣਾ ਬੱਚੇ ਦਾ ਜ਼ਿੰਦਗੀ 'ਚ, ਜਾਣਾ ਮੈਨੂੰ ਖੇਡ ਜੀ ਲੱਗੀ ਤਾਂ ਮੈਂ ਭਾਣਾ ਮੰਨ ਗਿਆ। ਇਹ ਗੱਲਾਂ ਹੁਣ ਇੱਦਾਂ ਕਹਿਣ ਦੇ ਨਾਲ ਨਹੀਂ ਨਾ ਵੀ ਭਾਣਾ ਮੰਨ ਲੂ ਬੰਦਾ, ਜਦੋਂ ਬੰਦੇ ਤੇ ਪੈਂਦੀ ਹੈ, ਬੀਤਦੀ ਆ, ਉਸ ਵਕਤ ਬੰਦੇ ਦਾ ਇਮਤਿਹਾਨ ਹੁੰਦਾ, ਉਸ ਵੇਲੇ ਪਤਾ ਲੱਗਦਾ ਵੀ ਇਹ ਬੰਦਾ ਵਾਕਈ ਭਾਣਾ ਮੰਨਣ ਵਾਲਾ ਹੈ ਜਾਂ ਨਹੀਂ। ਗੱਲ ਤਾਂ ਇਹ ਵੀ ਉਹਨੇ ਭਾਣਾ ਤਾਂ ਮਨਵਾ ਹੀ ਲੈਣਾ, ਕਈਆਂ ਨੂੰ ਉਹ ਧੱਕੇ ਨਾਲ ਮਨਵਾ ਲੈਂਦਾ ਹੈ, ਕਈ ਆਪੇ ਹੀ ਮੰਨ ਲੈਂਦੇ ਨੇ। ਗੱਲ ਇਹ ਨਹੀਂ ਕਿ ਉਹਦੇ ਭਾਣੇ ਤੋਂ ਮੁਨਕਰ ਹੋਇਆ ਜਾ ਸਕਦਾ, ਮੌਤ ਨੂੰ ਕੌਣ ਰੋਕ ਸਕਦਾ? ਕੋਲ ਸਾਡੇ ਸਾਹਮਣੇ ਬੈਠਾ ਸਰੀਰ ਆ, ਸਾਡਾ ਹੀ ਕੋਈ ਪਿਆਰਾ, ਉਹਦੇ ਪ੍ਰਾਣ ਨਿਕਲ ਰਹੇ ਨੇ, ਅਸੀਂ ਉਹਨੂੰ ਫੜ ਨਹੀਂ ਸਕਦੇ, ਅਸੀਂ ਉਹਨੂੰ ਰੋਕ ਨਹੀਂ ਸਕਦੇ, ਸਾਡੇ ਵੱਸ ਕੁਝ ਨਹੀਂ। ਤੇ ਇਹ ਕਿਵੇਂ ਫਿਰ ਅਸੀਂ ਭਾਣਾ ਤਾਂ ਮੰਨਣਾ ਹੀ ਪੈਣਾ, ਉਹ ਧੱਕੇ ਨਾਲ ਮੰਨਣਾ ਪੈਣਾ। ਭਗਤ ਸਹਿਜ ਮੰਨਦੇ ਨੇ, ਫਰਕ ਬਸ ਇੰਨਾ ਹੀ ਆ, ਅਸੀਂ ਮੰਨਦੇ ਹਾਂ ਧੱਕੇ ਨਾਲ ਭਾਣਾ, ਉਹ ਮਨਵਾ ਲੈਂਦਾ ਸਾਡੇ ਤੋਂ, ਭਗਤ ਮੰਨ ਲੈਂਦੇ ਨੇ, ਸਾਡੇ ਤੋਂ ਮਨਵਾ ਲੈਂਦਾ, ਭਗਤ ਮੰਨ ਲੈਂਦੇ ਨੇ। ਜਿਹੜੇ ਮੰਨ ਲੈਂਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛਤਾਏ, ਹੁੰਦੇ ਜੱਗ ਤੇ ਭਲੇ ਪੁਰਸ਼ ਵਿਰਲੇ, ਨਹੀਂ ਬੁਰਿਆਂ ਦੀ ਕੋਈ ਵੀ ਥੋੜ ਹੁੰਦੀ, ਤੂੰ ਵੀ ਉਸੇ ਹੀ ਪੁਰਸ਼ ਨੂੰ ਖੋਹ ਲੈਣਾ ਜਿਹਦੀ ਲੋਕਾਂ ਨੂੰ ਜੱਗ ਤੇ ਲੋੜ ਹੁੰਦੀ। ਨੌਜਵਾਨਾਂ ਦੇ ਵਿੱਚੋਂ ਜਿਵੇਂ ਸੰਦੀਪ ਸਿੰਘ ਸਿੱਧੂ ਜੀ ਨੇ, ਉਹਨਾਂ ਦੇ ਨਾਲ ਜੋ ਹੋਇਆ ਸਾਰੇ ਆਪਾਂ ਜਾਣਦੇ ਹਾਂ, ਦੀਪ ਸਿੱਧੂ ਕਰਕੇ ਉਹਨਾਂ ਦਾ ਨਾਮ ਹੈ। ਕਹਿਣਾ ਪਵੇਗਾ, ਹੁੰਦੇ ਜੱਗ ਤੇ ਭਲੇ ਪੁਰਸ਼ ਵਿਰਲੇ, ਨਹੀਂ ਬੁਰਿਆਂ ਦੀ ਕੋਈ ਵੀ ਥੋੜ ਹੁੰਦੀ, ਤੂੰ ਵੀ ਉਸੇ ਹੀ ਪੁਰਸ਼ ਨੂੰ ਖੋਹ ਲੈਣਾ ਜਿਹਦੀ ਲੋਕਾਂ ਨੂੰ ਜੱਗ ਤੇ ਲੋੜ ਹੁੰਦੀ। ਸਾਨੂੰ ਪੁੱਛ ਰੱਬਾ ਬੰਦਾ ਕਿਉਂ ਰੋਂਦਾ, ਨਾਤਾ ਟੁੱਟਿਆ ਜਦੋਂ ਤੂੰ ਜੋੜਦਾ ਨਹੀਂ। ਦਿਲ ਤਾਈਓ ਵੈਰਾਗ ਨਾਲ ਭਰ ਜਾਂਦਾ, ਜਿਹਨੂੰ ਲੈ ਜਾਣਾ ਉਹਨੂੰ ਮੋੜਦਾ ਨਹੀਂ। ਉਂਝ ਵਿਛੜੇ ਦਾ ਦੁੱਖ ਘੱਟ ਹੁੰਦਾ, ਜਿਹੜਾ ਵਰੀ ਛਮਾਹੀ ਆ ਜਾਂਦਾ। ਵਿਛੜ ਗਿਆ ਜੋ ਸਦਾ ਦੇ ਵਾਸਤੇ ਹੀ, ਉਹਦਾ ਗਮ ਇੱਕ ਰੋਗ ਹੈ ਲਾ ਜਾਂਦਾ। ਕਾਰੋਬਾਰ ਇਕਬਾਲ ਨਾ ਛੱਡ ਹੁੰਦੇ, ਹੌਲਾ ਕੱਖਾਂ ਤੋਂ ਬਣੇ ਤੂੰ ਕੀ ਬਣਦਾ। ਤੇਰਾ ਭਾਣਾ ਤਾਂ ਮੰਨਣਾ ਸਦਾ ਪੈਂਦਾ, ਰੋਈ ਜਾਵਾਂਗੇ ਰੋਏ ਤੂੰ ਕੀ ਬਣਦਾ। ਤੇਰਾ ਭਾਣਾ ਤਾਂ ਮੰਨਣਾ ਸਦਾ ਪੈਂਦਾ, ਰੋਈ ਜਾਵਾਂਗੇ ਰੋਏ ਤੂੰ ਕੀ ਬਣਦਾ। ਇਸ ਕਰਕੇ ਨਾ ਭਗਤ ਜਿਹੜੇ ਨੇ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਨੇ, ਭਾਣਾ ਮੰਨ ਲੈਂਦੇ ਨੇ।
ਸਾਡੇ ਤੋਂ ਮਨਵਾ ਲੈਂਦਾ। ਅਸੀਂ ਮੰਨਦੇ ਨਹੀਂ, ਮਨਵਾ ਲੈਂਦਾ। ਆਪ ਮੰਨਣ 'ਚ, ਕਿਸੇ ਨੂੰ ਮਨਵਾਉਣ 'ਚ, ਦੋਨਾਂ ਚੀਜ਼ਾਂ 'ਚ ਬਹੁਤ ਵੱਡਾ ਅੰਤਰ ਆ। ਤਾਂ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਤੁਸੀਂ ਹੋਰ ਗੱਲਾਂ ਛੱਡ ਕੇ ਸਾਧੂ ਸੰਗ ਭਜੋ ਗੋਪਾਲ। ਸਾਧੂ ਸੰਗ, ਸਾਧੂ ਕੌਣ ਹੁੰਦੇ ਨੇ? ਇਹ ਨਹੀਂ ਮਤਲਬ ਕਿਸੇ ਦੇ ਚੋਲਾ ਪਾਇਆ ਉਹੀ ਸਾਧੂ ਆ। ਜਿਹਦੇ ਅੰਦਰ ਪਿਆਰ ਹੈ ਰੱਬ ਦੇ ਪ੍ਰਤੀ, ਜੋ ਸਾਰਿਆਂ ਵਿੱਚ ਇੱਕ ਜੋਤ ਦੇਖਦਾ ਹੈ, ਉਹ ਸਾਧੂ ਆ। ਸਾਧੂ ਇੱਕ ਸੋਚ ਦਾ ਨਾਮ ਹੈ, ਲਿਬਾਸ ਦਾ ਨਾਮ ਨਹੀਂ। ਲਿਬਾਸ ਵਿੱਚ ਬਨਾਰਸ ਕੇ ਠੱਗ ਵੀ ਹੋ ਸਕਦੇ ਆ। ਕਬੀਰ ਸਾਹਿਬ ਜੀ ਕਹਿੰਦੇ ਨੇ ਨਾ, ਚੋਲਿਆਂ ਵਿੱਚ ਬਨਾਰਸ ਦੇ ਠੱਗ ਵੀ ਲੁਕੇ ਹੋਏ ਹੋ ਸਕਦੇ ਆ। ਸਾਧੂ ਇੱਕ ਥਿੰਕਿੰਗ ਦਾ ਨਾਮ ਆ, ਸੋਚ ਦਾ। ਤਾਂ ਉਹਨਾਂ ਐਸੇ ਪਿਆਰਿਆਂ ਦੇ ਸੰਗ ਹੋ ਕੇ ਤੁਸੀਂ ਵਾਹਿਗੁਰੂ ਨੂੰ ਯਾਦ ਕਰੋ, ਤਾਂ ਕਿ ਤੁਸੀਂ ਭਾਣਾ ਮੰਨਣ ਲੱਗ ਜਾਵੋ, ਤਾਂ ਕਿ ਤੁਹਾਨੂੰ ਭਾਣਾ ਮੰਨਣਾ ਆ ਜਾਵੇ। ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾਲ। ਹੋਰਾਂ ਯਤਨਾਂ ਦੇ ਨਾਲ ਇਹ ਚੀਜ਼ ਨਹੀਂ ਹੋ ਪਾਵੇਗੀ। ਆਨ ਸੰਜਮ, ਸੰਜਮ ਕਹਿੰਦੇ ਨੇ ਹੋਰ ਤਰੀਕੇ, ਹੋਰ ਜੁਗਤੀਆਂ, ਹੋਰ ਮੈਥਡ ਲਾਗੂ ਕਰਕੇ ਮਨ ਨੂੰ ਟਿਕਾਇਆ ਨਹੀਂ ਜਾ ਸਕਦਾ ਉਹਦੀ ਰਜ਼ਾ ਵਿੱਚ ਰਹਿਣ ਤੋਂ ਬਗੈਰ। ਜੇ ਮੈਂ ਕਹਾਂ, ਤੁਸੀਂ ਕਹੋ, ਇੱਕ ਕੰਮ ਨੂੰ ਕਰਨ ਦੇ ਕਈ ਤਰੀਕੇ ਹੁੰਦੇ ਨੇ ਦੁਨਿਆਵੀ। ਮੰਨ ਲਓ ਕੋਠੇ ਤੇ ਜਾਣਾ ਹੈ, ਜੇ ਦੂਜੀਆਂ ਪੌੜੀਆਂ ਨਹੀਂ ਆਪਾਂ ਵਰਤਾਂਗੇ, ਸਟੈਪ ਜਿਹੜੀਆਂ ਵੈਸੇ ਪੱਕੀਆਂ ਨੇ, ਤਾਂ ਬਾਂਸ ਦੀ ਪੌੜੀ ਲਿਆ ਕੇ ਚੜ੍ਹਿਆ ਜਾ ਸਕਦਾ। ਤੇ ਉੱਦਾਂ ਨਹੀਂ ਜਾਣਾ, ਹੋਰ ਤਰੀਕੇ ਕਈ ਅਪਣਾਏ ਜਾ ਸਕਦੇ ਆ। ਕੋਈ ਵੀ ਕੰਮ ਕਰਨ ਦੇ ਆਪਾਂ ਕਹਿੰਦੇ 2 ਤਰੀਕੇ ਹੁੰਦੇ ਨੇ, 2 ਨਹੀਂ 3 ਹੁੰਦੇ ਨੇ, ਪਰ ਮਨ ਨੂੰ ਟਿਕਾਉਣ ਦਾ ਇੱਕ ਹੀ ਤਰੀਕਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ, ਉਹ ਕੀ ਆ? ਉਹਦੀ ਰਜ਼ਾ ਵਿੱਚ ਰਹਿਣਾ। ਜੋ ਉਹਨੇ ਕਰਤਾ ਉਹਨੂੰ ਕਹੋ ਠੀਕ, ਜੋ ਉਹਨੇ ਕੀਤਾ ਸੀ ਕਹੋ ਠੀਕ, ਜੋ ਕਰੇਗਾ ਉਹ ਠੀਕ। ਇੱਕ ਮੈਂ ਕਹਾਣੀ ਪੜ੍ਹ ਰਿਹਾ ਸੀ, ਬੜੀ ਸੋਹਣੀ ਆ ਇਹ। ਇੱਕ ਮਹਾਂਪੁਰਸ਼ ਸੀ, ਕੋਈ ਰੱਬ ਦੇ ਪਿਆਰੇ। ਉਹਨਾਂ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਕੱਲ੍ਹ ਨੂੰ ਮੌਸਮ ਕਿੱਦਾਂ ਦਾ ਹੋਊਗਾ? ਕੱਲ੍ਹ ਨੂੰ ਮੌਸਮ ਕਿੱਦਾਂ ਦਾ ਹੋਵੇਗਾ? ਉਹ ਕਹਿੰਦੇ ਬਹੁਤ ਵਧੀਆ ਹੋਵੇਗਾ। ਉਹਨਾਂ ਨੇ ਪੂਰੇ ਮਤਲਬ ਭਰੋਸੇ ਨਾਲ ਕਿਹਾ, ਕਹਿੰਦੇ ਕੱਲ੍ਹ ਨੂੰ ਬਹੁਤ ਵਧੀਆ ਹੋਵੇਗਾ। ਕਹਿੰਦੇ ਉਹ ਕਿਵੇਂ ਤੁਹਾਨੂੰ ਪਤਾ? ਕੀ ਪਤਾ ਕੱਲ੍ਹ ਨੂੰ ਹਨੇਰੀ ਵਗੇ, ਕੀ ਪਤਾ ਬਾਰਿਸ਼ ਹੋ ਜੇ, ਮੌਸਮ ਦਾ ਕੀ ਪਤਾ? ਉਹ ਕਹਿੰਦੇ ਤੁਸੀਂ ਸਮਝੇ ਨਹੀਂ ਗੱਲ। ਮੈਂ ਇਹ ਕਹਿ ਰਿਹਾ, ਕੱਲ੍ਹ ਨੂੰ ਜੋ ਰੱਬ ਕਰੇਗਾ ਉਹ ਮੇਰੇ ਲਈ ਠੀਕ ਹੋਵੇਗਾ। ਮੈਂ ਉਹਨੂੰ ਕਹੂੰਗਾ ਵੀ ਚੰਗਾ ਹੀ ਆ। ਜੇ ਮੀਂਹ ਪਾਤਾ ਕਹੂੰਗਾ ਚੰਗਾ ਹੀ ਆ, ਬਾਰਿਸ਼ ਹੋ ਗਈ ਠੀਕ ਆ, ਧੁੱਪ ਕੱਢਤੀ ਠੀਕ ਆ, ਇਸ ਕਰਕੇ ਧੁੰਦ ਪੈ ਗਈ ਠੀਕ ਆ, ਜੋ ਵੀ ਉਹ ਕਰੇਗਾ ਠੀਕ ਆ। ਉਹ ਕਹਿੰਦੇ ਤੁਸੀਂ ਸਮਝੇ ਨਹੀਂ, ਰੱਬ ਜੋ ਕਰੇਗਾ ਕੱਲ੍ਹ ਨੂੰ ਜਿਹੜਾ ਮੌਸਮ ਹੋਵੇਗਾ ਉਹਨੂੰ ਮੈਂ ਕਬੂਲ ਕਰ ਲਾਂਗਾ ਵੀ ਠੀਕ ਆ। ਇਹ ਇੱਕ ਤਾਂ ਇਹ ਵਿਰਤੀ ਹੁੰਦੀ ਆ। ਇੱਕ ਇਹ ਹੁੰਦੀ ਆ ਵੀ ਭਾਣਾ ਮੰਨਣਾ, ਇੱਕ ਹੁੰਦਾ ਭਾਣਾ ਮਨਵਾ ਲੈਣਾ। ਕਈਆਂ ਤੋਂ ਉਹ ਮਨਵਾ ਰਿਹਾ, ਕਈ ਮੰਨ ਰਹੇ ਨੇ। ਜਿਹੜੇ ਮੰਨ ਰਹੇ ਨੇ ਨਾ, ਮਨਵਾਉਣਾ ਨਹੀਂ ਪੈ ਰਿਹਾ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ। ਉਹਨਾਂ ਨੇ ਮੰਨ ਲਿਆ ਸੀ। ਹੁਣ ਭਗਤ ਰਵਿਦਾਸ ਜੀ ਦੀ ਇੱਕ ਗਾਥਾ, ਉਹਨਾਂ ਦਾ ਹੀ ਅਧਿਐਨ ਚੱਲ ਰਹੇ ਆ, ਬਹੁਤ ਸੋਹਣੀ ਆ, ਪੂਰੇ ਧਿਆਨ ਨਾਲ ਸੁਣਿਓ। ਮਹਿੰਗੀਆਂ ਗੱਲਾਂ ਹੁੰਦੀਆਂ ਨੇ, ਆਪਾਂ ਕਿਸੇ ਦੀ ਖੋਜ ਲੱਗੀ ਹੁੰਦੀ ਆ। ਇਤਿਹਾਸਕਾਰ ਕੋਈ ਇੱਕ ਹੋਵੇਗਾ ਜਿਹਦੀ ਖੋਜ ਲੱਗੀ, ਉਹਨੇ ਭਗਤ ਜੀ ਦੀਆਂ ਸਾਖੀਆਂ ਪੜ੍ਹੀਆਂ, ਖੋਜ ਕੀਤੀ, ਉਹਨਾਂ ਨੂੰ ਛਾਪਿਆ, ਇੱਕ ਪੁਸਤਕ ਬਣੀ, ਫਿਰ ਸਿੱਖਾਂ ਨੇ ਪੜ੍ਹੀ, ਫਿਰ ਸੁਣਾਈ, ਫਿਰ ਇਹ ਤਾਂ ਮਹਿੰਗੀਆਂ ਨੇ। ਸਮਾਂ ਲੱਗਾ ਇਹਨਾਂ ਚੀਜ਼ਾਂ ਨੂੰ। ਭਗਤ ਰਵਿਦਾਸ ਜੀ ਨਾ ਇੱਕ ਦਿਨ ਆਪਣੀ ਛੰਨ ਦੇ ਬਾਹਰ ਬੈਠੇ ਸੀ, ਜੁੱਤੀਆਂ ਗੰਢ ਰਹੇ ਸੀ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ। ਇੱਕ ਨਾ ਸਾਧੂ ਆਇਆ ਉਹਨਾਂ ਦੇ ਕੋਲੇ। ਉਹਦੇ ਕੋਲ ਕਰਮੰਡਲ ਦੇ ਵਿੱਚ ਇੱਕ ਪਾਰਸ ਸੀ। ਪਾਰਸ ਕਿਹਾ ਜਾਂਦਾ ਉਸ ਪੱਥਰ ਨੂੰ ਜਿਹਨੂੰ ਆਪਾਂ ਜੇਕਰ ਲੋਹੇ ਨਾਲ ਸੁਹਾ ਦਈਏ ਉਹ ਸੋਨਾ ਬਣ ਜਾਏਗਾ। ਗੁਰਬਾਣੀ ਇੱਦਾਂ ਕਹਿੰਦੀ ਆ, ਗੁਰ ਪਾਰਸ ਹਮ ਲੋ, ਗੁਰੂ ਪਾਰਸਾ ਹਮ ਲੋ, ਅਸੀਂ ਲੋਹਾ ਹਾਂ। ਮਿਲ ਕੰਚਨ ਹੋਇਆ ਰਾਮ, ਕੰਚਨ ਕਹਿੰਦੇ ਨੇ ਸੋਨੇ ਨੂੰ।
ਜੇਕਰ ਮੈਂ ਲੋਹਾ ਹਾਂ, ਗੁਰੂ ਪਾਰਸ ਹੈ, ਜੇ ਮੈਂ ਗੁਰੂ ਦੇ ਕੋਲ ਰਹਾਂ ਤਾਂ ਮੈਂ ਵੀ ਸੋਨਾ ਬਣ ਜਾਵਾਂਗਾ। ਸੋਨੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੋਨੇ ਦੇ ਬਣ ਜਾਓਗੇ, ਸੋਨੇ ਦਾ ਮਤਲਬ ਇਹ ਆ ਵੀ ਤੁਹਾਡੀ ਕੀਮਤ ਪੈ ਜਾਏਗੀ। ਸੋਨਾ ਬਹੁਤ ਮਹਿੰਗਾ ਹੁੰਦਾ, ਤੁਹਾਡੇ ਵਿਚਾਰ ਸੋਹਣੇ ਹੋ ਜਾਣਗੇ, ਤੁਹਾਡੀ ਜ਼ਿੰਦਗੀ ਸੋਹਣੀ ਹੋ ਜਾਏਗੀ। ਤਾਂ ਉਹ ਸਾਧੂ ਆਇਆ, ਉਹਨੇ ਪਾਰਸ ਦੀ ਵੱਟੀ ਭਗਤ ਜੀ ਨੂੰ ਦਿੰਦਿਆਂ ਆਖਿਆ, ਸਾਰੀ ਜ਼ਿੰਦਗੀ ਜੁੱਤੀਆਂ ਗੰਢਦੇ ਰਹੇ, ਇਤਨੀ ਗਰੀਬੀ ਆ। ਤਰਸ ਆ ਗਿਆ, ਕਹਿਣ ਲੱਗੇ ਆਹ ਪਾਰਸ ਲਓ, ਜੋ ਚਾਹੁੰਦੇ ਹੋ ਉਹ ਸੋਨੇ ਦਾ ਬਣਾ ਲਓ। ਇੱਥੋਂ ਤੱਕ ਕਿ ਜਿਹਦੇ ਤੇ ਰੱਖ ਕੇ ਜੁੱਤੀਆਂ ਗੰਢਦੇ ਹੋ ਉਹਦਾ ਕਿੰਨਾ ਵਜ਼ਨ ਹੁੰਦਾ, ਉਹ ਲੋਹੇ ਦੀ ਜੋ ਬਣੀ ਹੁੰਦੀ ਹੈ। ਕਹਿੰਦੇ ਸਭ ਤੋਂ ਪਹਿਲਾਂ ਇਹਨੂੰ ਹੀ ਸੋਨੇ ਦੀ ਬਣਾਓ, 2 ਕਿਲੋ ਦੀ ਤਾਂ ਹੋਊ ਨਾ, ਤੇ ਵੇਚ ਕੇ ਆ ਸਾਰਾ ਕੁਝ ਵਧੀਆ ਬਣਾ ਲਿਓ। ਭਗਤ ਜੀ ਕਹਿੰਦੇ ਮੈਨੂੰ ਨਹੀਂ ਚਾਹੀਦੀ, ਲੋੜ ਨਹੀਂ, ਜੋ ਰੱਬ ਕਰਦਾ ਠੀਕ ਕਰਦਾ, ਜੋ ਕਰੇਗਾ ਠੀਕ, ਜੋ ਹੋਇਆ ਸੋ ਠੀਕ। ਕਹਿਣ ਲੱਗੇ ਲੱਗਦਾ ਉਹੀ ਕਹੀ ਜਾਂਦਾ ਹੈ। ਜਦੋਂ ਮੈਂ ਬਾਅਦ ਵਿੱਚ ਗਿਆ ਨਾ, ਇਹਨੇ ਸਾਰੀਆਂ ਚੀਜ਼ਾਂ ਸੋਨੇ ਦੀਆਂ ਬਣਾ ਲੈਣੀਆਂ ਤੇ ਛੰਨ ਦੇ ਉੱਪਰ ਉਹ ਪਾਰਸ ਦੀ ਵੱਟੀ ਰੱਖ ਕੇ ਸਾਧੂ ਕਹਿਣ ਲੱਗਾ, ਚੰਗਾ ਮੈਂ ਬਾਅਦ ਚ ਆਵਾਂਗਾ, ਦੇਖਾਂਗਾ ਤੇਰਾ ਸਿਦਕ ਵਾਕਈ ਪੱਕਾ ਕਿ ਕਹਿਣ ਦੀਆਂ ਗੱਲਾਂ ਨੇ। ਕਬੀਰ ਸਾਹਿਬ ਜੀ ਕਹਿੰਦੇ ਨੇ ਗੱਲਾਂ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ, ਪਰ ਜਿਹਦੇ ਅੰਦਰ ਵਾਕਈ ਭਾਣਾ ਮੰਨਣ ਦੀ ਰਜਾ ਹੈ, ਕਾਬਲੀਅਤ ਆ, ਉਹ ਥੋੜੇ ਹੁੰਦੇ ਨੇ। ਉਹ ਤੇ ਛੰਨ ਸੀ, ਛੰਨ ਤੇ ਜਿਵੇਂ ਆਪਣੇ ਕੱਲ ਨਗਰ ਕੀਰਤਨ ਸੀ ਤੇ ਉਹ ਇੱਕ ਝਲਕੀ ਬਣਾ ਕੇ ਲੈ ਕੇ ਆਏ ਸੀ, ਉੱਦਾਂ ਦੀ ਛੰਨ ਬਣਾਈ ਸੀ, ਕਾਨਿਆਂ ਦੀ ਛੰਨ ਬਣੀ ਸੀ, ਉਹਨਾਂ ਛੋਟੀ ਜੀ ਬਣਾ ਕੇ ਲਿਆਏ ਸੀ ਨਾ, ਤੁਸੀਂ ਦੇਖੀ, ਇੱਦਾਂ ਦੀ ਛੰਨ ਵਿੱਚ ਰਹਿੰਦੇ ਸੀ। ਤੇ ਉਹ ਛੰਨ ਦੇ ਉੱਪਰ ਰੱਖ ਗਿਆ ਉਹ ਸਾਧੂ। ਇਹ ਜੁੱਤੀਆਂ ਗੰਢਦੇ ਰਹੇ, ਮਹੀਨਾ ਬੀਤਿਆ, 2 ਮਹੀਨੇ ਬੀਤੇ, ਉਹ ਸਾਧੂ ਰਾਹ 'ਚ ਆ ਰਿਹਾ ਵਾਪਸ, ਕਹਿੰਦਾ ਹੁਣ ਵੇਖਦਾ ਵਾਕਈ ਕੀ ਸੋਨੇ ਦਾ ਬਣ ਗਿਆ ਸਭ, ਲੱਗਦਾ ਹੁਣ ਤਾਂ ਮਹਿਲ ਬਣ ਗਏ ਹੋਣੇ ਆ, ਹੁਣ ਜੁੱਤੀਆਂ ਗੰਢਣੀਆਂ ਛੱਡਤੀਆਂ ਹੋਣੀਆਂ। ਇੱਦਾਂ ਦਾ ਸੋਚ ਕੇ ਆਇਆ ਤੇ ਦੇਖਿਆ ਇਹ ਤਾਂ ਅਜੇ ਵੀ ਜੁੱਤੀਆਂ ਗੰਢ ਰਹੇ ਨੇ। ਮੁੱਖ ਦੇ ਵਿੱਚੋਂ ਕਹਿ ਰਹੇ ਨੇ ਭਗਤ ਰਵਿਦਾਸ ਜੀ, ਬਹੁਤ ਜਨਮ ਬਿਸਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਨਾਲੇ ਜੁੱਤੀਆਂ ਗੰਢੀ ਜਾਂਦੇ ਨੇ, ਨਾਲੇ ਪਰਮਾਤਮਾ ਦੇ ਨਾਲ ਆਪਣਾ ਮਨ ਗੰਢੀ ਜਾਂਦੇ ਨੇ। ਛੰਨ ਉਵੇਂ ਹੀ ਆ, ਉਹ ਉੱਥੇ ਹੀ ਪਈ ਆ, ਪਾਰਸ ਦੀ ਵੱਟੀ ਉਵੇਂ ਹੀ ਪਈ। ਸਾਧੂ ਨੇ ਦੇਖਿਆ, ਕਹਿਣ ਲੱਗਾ ਇਹ ਤਾਂ ਵਾਕਈ ਸਿਦਕੀ ਆ, ਵਾਕਈ ਰਜਾ ਵਿੱਚ ਰਹਿਣ ਵਾਲਾ ਕੋਈ ਭਗਤ ਹੈ, ਕੋਈ ਉਹਦਾ ਪਿਆਰਾ ਹੈ, ਤੇ ਜਿਹਨੂੰ ਜੋ ਰੱਬ ਕਰ ਰਿਹਾ ਠੀਕ ਕਹਿ ਰਿਹਾ। ਇਹ ਬਹੁਤ ਵੱਡੀ ਗੱਲ ਆ। ਅਮੀਰ ਹੋਣਾ ਹੋਰ ਗੱਲ ਆ, ਗਰੀਬ ਹੋਣਾ ਹੋਰ ਗੱਲ ਆ। ਕਈ ਗਰੀਬੀ 'ਚ ਚੀਕਾਂ ਮਾਰਦੇ ਆ, ਕਈ ਅਮੀਰੀ 'ਚ ਪੈਰ ਛੱਡ ਰਹੇ ਆ। ਅਮੀਰੀ ਗਰੀਬੀ ਦੀ ਗੱਲ ਨਹੀਂ ਕਰਦੀ ਬਾਣੀ, ਰਜਾ ਵਿੱਚ ਰਹਿਣਾ ਵੱਡੀ ਗੱਲ ਆ। ਜਿਹੜੇ ਰਜਾ 'ਚ ਰਹਿੰਦੇ ਨੇ ਉਹ ਚਾਹੇ ਅਮੀਰ ਸੀ ਚਾਹੇ ਉਹ ਗਰੀਬ ਸੀ, ਉਹਨਾਂ ਦੀ ਬਾਣੀ ਦਰਜ ਆ ਗੁਰੂ ਸਾਹਿਬ 'ਚ। 14 ਭਗਤ ਗਰੀਬ, 1 ਭਗਤ ਅਮੀਰ, ਭਗਤ ਪੀਪਾ ਜੀ ਇੱਕ ਰਿਆਸਤ ਦੇ ਰਾਜੇ ਸੀ, ਉਹਨਾਂ ਦੀ ਬਾਣੀ ਵੀ ਦਰਜ ਆ। ਕਿਉਂ? ਉਹ ਅਮੀਰ ਹੋ ਕੇ ਵੀ ਰਜਾ 'ਚ ਰਹਿੰਦੇ ਸੀ। ਇਸ ਕਰਕੇ ਪਿਆਰਿਓ, ਵੇਦ ਸਿਮਰਤ ਕਥੈ ਸਾਸਤ, ਭਗਤ ਕਰਹਿ ਵਿਚਾਰ। ਤੁਸੀਂ ਵੇਦ ਪੜ੍ਹ ਲਓ, ਗੁਰੂ ਅਰਜਨ ਦੇਵ ਜੀ ਕਹਿੰਦੇ, ਸਿਮਰਤੀਆਂ ਪੜ੍ਹ ਲਓ, ਭਗਤਾਂ ਨੂੰ ਪੜ੍ਹ ਲਓ, ਸਾਰੇ ਇੱਕ ਗੱਲ ਹੀ ਕਹਿੰਦੇ ਆ। ਉਹ ਕਿਹੜੀ ਗੱਲ ਆ? ਮੁਕਤ ਪਾਈਏ ਸਾਧ ਸੰਗਤ, ਬਿਨ ਸਜਾਏ ਅੰਧਾਰ। ਜਿਸ ਦਿਨ ਚੰਗਿਆਂ ਦੀ ਸੰਗਤ ਤੁਹਾਨੂੰ ਮਿਲ ਜੇਗੀ, ਚੰਗੇ ਇਨਸਾਨਾਂ ਦੀ, ਚੰਗੇ ਗੁਰੂ ਦੀ, ਸੱਚੇ ਗੁਰੂ ਦੀ, ਉਸ ਦਿਨ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਉਸ ਦਿਨ ਤੁਸੀਂ ਆ ਨਸ਼ੇ ਵਗੈਰਾ ਜੋ ਵੀ ਹੁੰਦੇ ਨੇ ਜਾਂ ਵਿਕਾਰ ਹੁੰਦੇ ਨੇ, ਇਹ ਸਾਰੇ ਛੱਡ ਜਾਓਗੇ। ਇੱਕਦਮ ਨਹੀਂ, ਹੌਲੀ 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 ਘਟਦੇ 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 ਮਿਟ ਜਾਣਗੇ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਪੂੰਜੀ ਕੀ ਹੁੰਦੀ ਆ? ਬਾਣੀ। ਬਾਣੀ ਹੀ ਉਹਨਾਂ ਦਾ ਖਜ਼ਾਨਾ ਹੁੰਦੀ ਆ, ਬਾਣੀ ਹੀ ਉਹਨਾਂ ਦੀ ਦੌਲਤ ਹੁੰਦੀ ਆ। ਤਾਂ ਹੀ ਮਹਾਂਪੁਰਸ਼ਾਂ ਕੋਲ ਜਾਈਦਾ ਨਾ। ਉਹ ਕਹਿਣਗੇ ਬੰਦੇ ਕੋਲ ਪੈਸਾ ਹੋਵੇ। ਟਕਸਾਲ ਦੇ ਜਿਹੜੇ ਮਹਾਂਪੁਰਸ਼ ਸਨ, ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਉਹ ਇਹ ਕਿਹਾ ਕਰਦੇ ਸੀ,
ਇੱਥੋਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਜਾਂਦੀਆਂ ਰਹੀਆਂ ਨੇ। ਕਹਿਣਾ ਜੇ ਪੈਸਾ ਕੋਲੇ ਆ ਨਾ, ਔਖੇ ਵੇਲੇ ਕੰਮ ਆ ਜਾਊਗਾ। ਜੇ ਬਾਣੀ ਕੋਲੇ ਆ, ਇਹ ਵੀ ਔਖੇ ਵੇਲੇ ਕੰਮ ਆਊਗੀ। ਉਹ ਮਨ ਦੇ ਤਲ ਤੇ ਕੰਮ ਆਊਗੀ, ਉਹ ਤਨ ਦੇ ਤਲ ਤੇ ਕੰਮ ਆਊ। ਇੱਕ ਪੈਸਾ ਸੰਸਾਰ ਲਈ ਕੰਮ ਆਵੇਗਾ, ਸੁੱਖ ਸਹੂਲਤਾਂ ਆਉਣਗੀਆਂ। ਜੇ ਬਾਣੀ ਕੰਠ ਹੋਵੇਗੀ ਤੇ ਇਹ ਵੀ ਤੁਹਾਨੂੰ ਇਤਨਾ ਜ਼ਿਆਦਾ ਕੰਮ ਆਵੇਗੀ। ਕਿਤੇ ਤੁਸੀਂ ਜਾ ਰਹੇ ਹੋ, ਤੁਹਾਡੇ ਕੋਲ ਗੁਟਕਾ ਸਾਹਿਬ ਨਹੀਂ, ਪੋਥੀ ਸਾਹਿਬ ਨਹੀਂ, ਤੇ ਤੁਸੀਂ ਪੜ੍ਹ ਸਕਦੇ ਹੋ। ਕਈ ਵਾਰੀ ਟ੍ਰੇਨ 'ਚ ਨਹੀਂ ਆਪਾਂ ਚਲੇ ਜਾਂਦੇ, ਲੰਮਾ ਸਫ਼ਰ ਹੁੰਦਾ, ਤੇ ਕਈ ਵਾਰੀ ਵੈਸੇ ਆਪਾਂ ਵਿਆਹ ਸ਼ਾਦੀਆਂ 'ਤੇ ਚਲੇ ਜਾਂਦੇ, ਰਿਸ਼ਤੇਦਾਰੀਆਂ 'ਚ, ਤੇ ਉੱਥੇ ਵੀ ਇਹ ਚੀਜ਼ ਤੁਸੀਂ ਪੜ੍ਹ ਸਕਦੇ ਹੋ। ਜੇ ਤੁਹਾਨੂੰ ਕੰਠ ਹੈ, ਕੰਠ ਕਰਨ ਲਈ ਦਿਮਾਗ ਚਾਹੀਦਾ, ਕੰਠ ਕਰਨ ਲਈ ਪਿਆਰ ਚਾਹੀਦਾ, ਇਕਾਗਰਤਾ ਚਾਹੀਦੀ ਹੈ। ਤਾਂ ਜਿਹੜੀ ਬਾਣੀ ਆ ਉਹਨੂੰ ਕੰਠ ਕਿਉਂ ਕਰਦੇ ਸੀ ਗੁਰਸਿੱਖ ਪੁਰਾਤਨ, ਕਿ ਗੁਟਕਾ ਸਾਹਿਬ ਚੱਕਣ ਦੀ ਲੋੜ ਨਾ ਪਵੇ। ਆਪਦੇ ਕੰਠ ਨੂੰ ਹੀ ਉਹਨਾਂ ਗੁਟਕਾ ਸਾਹਿਬ ਬਣਾ ਲਿਆ। ਜਿੱਥੇ ਬੈਠੇ ਆ ਯਾਦ। ਤਾਂ ਹੀ ਇਹ ਸਾਰੀਆਂ ਸੰਪਰਦਾਵਾਂ ਬੱਚਿਆਂ ਨੂੰ ਪਹਿਲਾਂ 10 ਗੁਰੂਆਂ ਦੇ ਨਾਂ ਚੇਤੇ ਕਰਾਉਂਦੀਆਂ ਨੇ, ਫਿਰ 5 ਪਿਆਰਿਆਂ ਦੇ, ਫਿਰ 4 ਸਾਹਿਬਜ਼ਾਦਿਆਂ ਦੇ, ਫਿਰ 5 ਤਖਤਾਂ ਦੇ, ਫਿਰ 5 ਕਕਾਰਾਂ ਦੇ, ਫਿਰ 40 ਮੁਕਤਿਆਂ ਦੇ, ਫਿਰ ਹੌਲੀ 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 ਮੁਹਾਰਨੀ ਪੜ੍ਹਾ ਕੇ ਫਿਰ ਜਪਜੀ ਸਾਹਿਬ ਸ਼ੁਰੂ ਕਰਾਉਂਦੀਆਂ ਨੇ। ਫਿਰ ਹੌਲੀ ਹੌਲੀ ਬੰਦਾ ਹੌਲੀ ਹੌਲੀ ਸਿੱਖਦਾ, ਇੱਕਦਮ ਕੋਈ ਨਹੀਂ ਸਿੱਖਦਾ। ਤਾਂ ਮਹਾਰਾਜ ਅੱਜ ਕਹਿ ਰਹੇ ਨੇ, ਇਹ ਸਾਡੀ ਪੂੰਜੀ ਆ ਭਾਈ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਭਗਤਾਂ ਨੂੰ ਹੋਰ ਕਾਹਦਾ ਤਾਣ ਹੁੰਦਾ? ਭਗਤਾਨ ਹੁੰਦਾ ਸ਼ਕਤੀ। ਤਾਣ ਕਹਿੰਦੇ ਨੇ ਬਲ ਨੂੰ, ਜ਼ੋਰ ਨੂੰ। ਭਗਤਾਂ ਕੋਲ ਕਾਹਦਾ ਜ਼ੋਰ ਆ? ਬਾਣੀ ਦਾ। ਭਗਤਾਂ ਨੂੰ ਮਾਣ ਕਾਹਦਾ? ਭਗਤਾਂ ਨੂੰ ਮਾਣ ਕਿਹਦੇ ਤੇ ਆ? ਰੱਬ ਤੇ। ਭਗਤਾਂ ਨੂੰ ਤਾਣ ਕਿਹਦੇ ਤੇ ਆ? ਪਰਮਾਤਮਾ ਤੇ। ਉੱਥੋਂ ਹੀ ਆ ਰਿਹਾ ਮਾਣ ਕਿਹਦੇ ਤੇ ਆ? ਰੱਬ ਤੇ। ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਇਸ ਕਰਕੇ ਰੱਬ ਦੇ ਪਿਆਰਿਆਂ ਦੀ ਟੇਕ ਵੀ ਉਹਦੇ ਤੇ ਹੁੰਦੀ ਆ, ਤਾਣ ਵੀ ਉਹਦੇ ਤੇ ਹੁੰਦਾ, ਮਾਣ ਵੀ ਪ੍ਰਮਾਤਮਾ ਬਖਸ਼ਦਾ। ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤ੍ਰਿਲੋਚਨ, ਸਦਨਾ ਸੈਨ ਧਰੈ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਭਗਤ ਰਵਿਦਾਸ ਜੀ ਕਹਿੰਦੇ, ਭਗਤ ਕਬੀਰ ਜੀ ਕੱਪੜਾ ਬੁਣਨ ਵਾਲੇ ਸੀ, ਭਗਤ ਨਾਮਦੇਵ ਜੀ ਕੱਪੜੇ ਛਿੰਬਣ ਵਾਲੇ ਸੀ। ਕੱਪੜਿਆਂ ਨੂੰ ਛਿੰਬਣ ਵਾਲੇ, ਕੱਪੜਿਆਂ ਨੂੰ ਰੰਗਣ ਵਾਲੇ ਸਦਨਾ ਜੀ ਸਨ, ਜਿਹੜੇ ਕਸਾਈ ਸੀ। ਸਦਨਾ, ਭਗਤ ਸਦਨਾ ਜੀ ਕਸਾਈ ਸੀ। ਪਹਿਲਾਂ ਜੀਵਨ ਦੇਖੋ। ਤੇ ਮਾਸ ਵੇਚਿਆ ਕਰਦੇ ਸੀ, ਮਾਸ ਵੇਚਦੇ ਸੀ। ਇੱਕ ਦਿਨ ਕੋਈ ਰਾਤ ਨੂੰ ਗਾਹਕ ਆ ਗਿਆ, ਕਹਿਣ ਲੱਗਾ ਬੱਕਰੇ ਦਾ ਮਾਸ ਦਿਓ ਜੀ ਮੈਨੂੰ। ਉਸ ਰਾਤ ਦੀ ਗੱਲ ਆ, ਇਹਨਾਂ ਨੇ ਜਦੋਂ ਬੱਕਰੇ ਨੂੰ ਵੱਢਣਾ ਚਾਹਿਆ ਨਾ ਮਾਸ ਵੇਚਣ ਖਾਤਰ, ਕਹਿਣ ਲੱਗੇ ਤੇ ਮੈਂ ਤੇਰੀਆਂ ਲੱਤਾਂ ਵੱਢ ਦਿੰਦਾ ਹਾਂ ਤੇ ਬਾਕੀ ਸਵੇਰੇ ਤੈਨੂੰ ਵੱਢ ਲੂੰਗਾ। ਇਹ ਸੋਚਿਆ, ਚਲੋ ਅੱਧਾ ਅੱਧਾ ਵੱਢ ਦਿੰਨਾ, ਥੋੜ੍ਹਾ ਜਿਹਾ ਮਾਸ ਦੇ ਦਿੰਨਾ। ਜਦੋਂ ਇਹਨਾਂ ਨੇ ਹੱਥ ਵਿੱਚ ਉਹ ਕੁਹਾੜਾ ਫੜਿਆ ਹੈ ਵੱਢਣ ਵਾਸਤੇ, ਉਹ ਦਾਅ ਜਿਹੜਾ ਸੀ ਹਥਿਆਰ ਹੁੰਦਾ ਤਿੱਖਾ ਵੱਢਣ ਵਾਸਤੇ, ਤੇ ਬੱਕਰੇ ਦੇ ਵਿੱਚੋਂ ਕੁਦਰਤੀ ਤੌਰ ਤੇ ਇਹਨਾਂ ਨੂੰ ਆਵਾਜ਼ ਸੁਣੀ ਆ ਪਰਮਾਤਮਾ ਦੇ ਵੱਲੋਂ ਹੋਣੀ। ਬੱਕਰਾ ਉਹ ਲੱਗਿਆ ਵੀ ਬੋਲ ਰਿਹਾ। ਉਹ ਕਹਿਣ ਲੱਗਾ ਕੋਈ ਨਾ ਤੂੰ ਮੈਨੂੰ ਵੱਢ ਦੇ, ਕਦੇ ਤੂੰ ਬੱਕਰਾ ਬਣ ਜੀ, ਕਦੇ ਮੈਂ ਸਦਨਾ ਬਣ ਜੂ। ਅੱਜ ਤੂੰ ਸਦਨਾ, ਅੱਜ ਮੈਂ ਬੱਕਰਾ, ਕੱਲ ਨੂੰ ਮੈਂ ਸਦਨਾ, ਫਿਰ ਤੂੰ ਬੱਕਰਾ। ਇੱਦਾਂ ਦੀ ਆਵਾਜ਼ ਆਈ। ਭਾਵ ਅੱਜ ਤੂੰ ਮੈਨੂੰ ਵੱਢ ਰਿਹਾ, ਕੱਲ ਨੂੰ ਮੈਂ ਤੈਨੂੰ ਕੱਟ ਦੂੰਗਾ। ਇਹ ਤਾਂ ਗੁਰੂ ਨਾਨਕ ਨੇ ਕਿਹਾ ਕਿ ਜੈਸਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ। ਜਿਹੋ ਜਿਹਾ ਕੋਈ ਬੀਜਦਾ ਉਹੋ ਜਿਹਾ ਕੋਈ ਵੱਢਦਾ। ਉਦੋਂ ਫਿਰ ਭਗਤ ਜੀ ਕਹਿਣ ਲੱਗੇ, ਸਦਨਾ ਜੀ ਉਦੋਂ ਭਗਤ ਨਹੀਂ ਸੀ, ਕਸਾਈ ਸੀ। ਕਹਿਣ ਲੱਗੇ ਇਹ ਕੀ ਹੋ ਗਿਆ? ਇਹ ਵਾਕਈ ਸੱਚ ਕਹਿੰਦਾ। ਜੇ ਮੈਂ ਅੱਜ ਇਹਨੂੰ ਕੱਟਾਂਗਾ, ਫਿਰ ਅਗਲੀ ਵਾਰ ਅਗਲੇ ਜਨਮ 'ਚ ਇਹ ਮੈਨੂੰ ਕੱਟੇਗਾ। ਤਾਂ ਉਦੋਂ ਬਾਅਦ ਉਹਨਾਂ ਨੇ ਜਿਹੜਾ ਗਾਹਕ ਆਇਆ ਸੀ ਨਾ ਮਾਸ ਲੈਣ, ਉਹਨੂੰ ਕਹਿੰਦੇ ਭਰਾਵਾ ਹੁਣ ਤੂੰ ਜਾ, ਹੁਣ ਸਦਨਾ ਨਹੀਂ, ਹੁਣ ਤਾਂ ਜਿਹਨੇ ਸਾਡਾ ਬਦਨ ਬਣਾਇਆ, ਸਰੀਰ ਬਣਾਇਆ, ਜਿਹਨੇ ਆ ਬਿਨਾਂ ਥੰਮਲਿਆਂ ਤੋਂ ਆਕਾਸ਼ ਟਿਕਾਇਆ,
ਜਿਹਨੇ ਆ ਫੁੱਲ ਬਣਾਏ, ਤਾਰੇ ਬਣਾਏ, ਸੂਰਜ ਦੀ ਟਿੱਕੀ ਜਿਹਦੇ ਕਹਿਣੇ 'ਚ ਚੱਲਦੀ ਆ, ਜਿਹਦੇ ਕਹਿਣੇ 'ਚ ਮੇਰਾ ਦਿਲ ਪੰਪ ਕਰਦਾ, ਧੜਕਦਾ, ਮੈਂ ਤਾਂ ਉਹਨੂੰ ਯਾਦ ਕਰੂੰਗਾ। ਸਦਨਾ ਜੀ ਉਦੋਂ ਫਿਰ ਕਸਾਈ ਤੋਂ ਇੱਧਰ ਆ ਗਏ। ਕਹਿਣ ਦਾ ਭਾਵ ਇੱਕ ਨਿੱਕੀ ਜਿਹੀ ਘਟਨਾ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ, ਪਰ ਕਦੋਂ ਉਹਦੇ ਵਿੱਚ ਹੈ ਜੇ ਉਹਦੇ ਵਿੱਚ ਗੁਰੂ ਦੀ ਕਿਰਪਾ ਹੋਵੇ। ਨਹੀਂ ਤੁਹਾਡੇ ਸਾਹਮਣੇ ਲੋਕ ਮਰ ਰਹੇ ਹੋਣ, ਲਾਸ਼ਾਂ ਉਹਨਾਂ ਦੀਆਂ ਅਰਥੀਆਂ ਚਲੀਆਂ ਜਾਣ, ਤੁਹਾਡਾ ਮਨ ਨਹੀਂ ਪਿਘਲੇਗਾ। ਇਹ ਗੁਰੂ ਦੀ ਕਿਰਪਾ ਨਾ ਹੋਵੇ ਤਾਂ ਅਰਦਾਸ ਇਹ ਕਰਨੀ ਚਾਹੀਦੀ ਆ, ਗੁਰੂ ਸਾਹਿਬ ਮੇਰੇ 'ਤੇ ਕਿਰਪਾ ਹੀ ਕਰ। ਮੇਰੇ ਸਾਹਮਣੇ ਇੰਨੇ ਲੋਕ ਨਿੱਤ ਮਰ ਰਹੇ ਨੇ, ਨਿੱਤ ਵਾਂਗੂ ਅਰਥੀਆਂ ਜਾ ਰਹੀਆਂ, ਮਨ ਮੰਨਦਾ ਹੀ ਨਹੀਂ ਮੈਂ ਵੀ ਮਰਾਂਗਾ। ਤਾਂ ਇਹਨੂੰ ਥੋੜ੍ਹਾ ਜਿਹਾ ਪਹਿਲਾਂ ਮਰਨ ਕਬੂਲ, ਪਹਿਲਾਂ ਤਾਂ ਇਹ ਗੱਲ ਕਬੂਲ ਕਰੋ, ਮੈਂ ਵੀ ਮਰਾਂਗਾ। ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਨਿਮਰਤਾ ਵਿੱਚ ਆਓ ਪਿਆਰਿਓ। ਕੁਝ ਨਹੀਂ ਹੈਗਾ ਇਸ ਦੁਨੀਆ ਦੇ ਵਿੱਚ, ਸਿਰਫ ਇਹ 4 ਦਿਨਾਂ ਦੀ ਡੁਗਡੁਗੀ ਆ। ਕਬੀਰ ਸਾਹਿਬ ਜੀ ਤੋਂ ਪੁੱਛ ਲਓ ਕੀ ਆ, ਕਹਿੰਦੇ ਮਦਾਰੀ ਨਹੀਂ ਡੁਗਡੁਗੀ ਵਜਾਉਂਦਾ ਮੇਲਿਆਂ 'ਚ, ਕਿੰਨਾ ਕੁ ਸਮਾਂ ਵਜਾਈ ਜਾਂਦਾ, ਉਹ ਵਜਾਈ ਜਾਂਦਾ ਕਿਤੇ ਨਾ, ਹਟ ਜਾਂਦਾ। ਘੰਟਾ ਵੱਜ ਜੂ, 2 ਘੰਟੇ ਵੱਜ ਜੂ, ਕਹਿੰਦੇ ਕਿੰਨਾ ਕੁ ਸਮਾਂ ਤਮਾਸ਼ਾ। ਇਹ ਜੋ ਦੁਨੀਆ ਸ਼ੇਰ ਮੇਲਾ ਹੈ, ਕਬੀਰ ਸਾਹਿਬ ਜੀ ਕਹਿੰਦੇ ਦਸਤਗੀਰੀ ਨਾਹੇ, ਇਹ ਇੱਕ ਮੈਜਿਕ ਸ਼ੋਅ ਆ, ਜਾਦੂਗਰ ਦਾ ਖੇਡ ਆ ਇਹ ਸੰਸਾਰ। ਉਹ ਕਿੰਨਾ ਕੁ ਸਮਾਂ ਹੁੰਦਾ, ਘੰਟਾ ਹੁੰਦਾ, 2 ਘੰਟੇ ਹੁੰਦਾ, ਚਲੋ 3-4 ਘੰਟੇ ਹੁੰਦਾ। ਕਿਸੇ ਦਾ 1 ਘੰਟਾ ਖੇਡ ਆ, ਕਿਸੇ ਦੀ 2 ਘੰਟੇ ਜ਼ਿੰਦਗੀ ਦੀ। ਕਈ 4 ਦਿਨ ਜਿਉਂ ਲੈਣਗੇ, ਕਈ 2 ਦਿਨ ਜਿਉਂ ਲੈਣਗੇ। ਉਮਰੇ ਦਰਾਜ ਮਾਂਗ ਕਰ ਲਾਏ ਥੇ 4 ਦਿਨ, कुछ आरज़ू में कट गई कुछ इंतजार में, इन हसरतों से कह दो कहीं और जा बसें, इतनी जगह कहाँ है दिले दागदार में। ਕਹਿੰਦੇ 2 ਦਿਨ ਲੰਘ ਗਏ ਆਸਾਂ ਬੰਨ੍ਹਦਿਆਂ ਦੇ, ਸੁਪਨੇ ਸਜਾਉਂਦਿਆਂ ਦੇ। 2 ਦਿਨ ਲੰਘ ਗਏ ਉਡੀਕਦਿਆਂ ਦੇ, ਅੱਜ ਵੀ ਪੂਰੇ ਹੋਣਗੇ, ਕੱਲ੍ਹ ਵੀ ਪੂਰੇ ਹੋਣਗੇ, ਪਰ ਬੰਦਗੀ ਨਹੀਂ ਬੰਦੇ ਨੇ ਕੀਤੀ। ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ, ਇਹਨੂੰ ਪੱਲੇ ਬੰਨੀਏ, ਨਿਮਰਤਾ ਲਿਆਈਏ ਦਿਲਾਂ 'ਚ, ਗੁੱਸਾ ਛੱਡੀਏ, ਕ੍ਰੋਧ ਛੱਡੀਏ, ਹੰਕਾਰ ਛੱਡੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਉੱਚਾ ਚੁੱਕੀਏ, ਸੋਹਣੇ ਬਣੀਏ, ਅੰਦਰੋਂ ਸੋਹਣੇ ਹੋਈਏ। ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਮਹਾਰਾਜ ਮੈਂ ਕੱਖ ਵੀ ਨਹੀਂ, ਕੁਝ ਵੀ ਨਹੀਂ ਹਾਂ, ਮੈਂ ਕੁਝ ਵੀ ਨਹੀਂ ਹਾਂ। ਸੱਚੇ ਦਿਲੋਂ ਹੀ ਕਹੀਏ, ਮੈਂ ਸਿਰਫ ਇੱਕ ਮਿੱਟੀ ਦੀ ਜਿਹੜੀ ਢੇਰੀ ਹਾਂ, ਵਿੱਚ ਹਉਮੈ ਦਾ ਇੱਕ ਤੁਪਕਾ ਹੈ, ਉਹਨੂੰ ਦੂਰ ਕਰ। ਉਹ ਸਾਰੇ ਸਰੀਰ 'ਚ ਫੈਲਿਆ। ਆਓ ਪਿਆਰ ਨਾਲ ਇਕੱਠੇ ਹੋ ਕੇ ਵਾਹਿਗੁਰੂ 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 ਕਹਿ ਲਈਏ ਅਤੇ ਅਰਦਾਸ ਬੇਨਤੀ ਵਿੱਚ ਜੁੜੀਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ
ਦੇਹੋ ਸੱਜਣੇ ਸੀਸਾਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।